ਹਕੂਮਤ ਨੂੰ ਇਹ ਨਾਰੇ ਕਿਉਂ ਚੁੱਭਦੇ ਨੇ? ਬੋਲੇ ਸੋ ਨਿਹਾਲ ਦਾ ਨਾਰਾ ਕਿਉਂ ਚੁੱਭਦਾ? ਕਿਉਂਕਿ ਇਸ ਨਾਰੇ ਦੇ ਥੱਲੇ ਸਾਡੇ ਪੰਜਾਬੀਆਂ ਨੇ, ਸਾਡੇ ਬਹਾਦਰਾਂ ਨੇ ਅਫਗਾਨਾਂ ਦੇ ਮੂੰਹ ਮੋੜਿਆ। ਇਸ ਦੇਸ਼ ਦੇ ਹਾਕਮ ਨੇ ਇੱਕ ਨਾਰਾ ਦਿੱਤਾ ਹੋਇਆ, ਇੱਕ ਦੇਸ਼, ਇੱਕ ਭਾਸ਼ਾ, ਇੱਕ ਰਾਸ਼ਟਰ, ਇੱਕ ਮੰਡੀ, ਸਾਰੇ ਕੁਝ ਨੂੰ ਇੱਕ ਬਣਾਉਣ ਤੇ ਲੱਗੇ ਹੋਇਆ। ਭਾਰਤ ਇੱਕ ਦੇਸ਼ ਹੋ ਸਕਦਾ, ਪਰ ਇਹਦੇ ਚ ਅੱਡ-ਅੱਡ ਸੂਬੇ ਨੇ। ਅੱਡ-ਅੱਡ ਸੂਬਿਆਂ ਦੇ ਅੰਦਰ ਰਹਿ ਰਹੀਆਂ ਅੱਡ-ਅੱਡ ਘੱਟ ਗਿਣਤੀ ਜਾਂ ਬਹੁ ਗਿਣਤੀ ਕੌਮਾਂ ਨੇ। ਉਹਨਾਂ ਕੌਮਾਂ ਦੇ ਆਪਣੇ ਅੱਡ-ਅੱਡ ਏਜੰਡੇ ਨੇ, ਅੱਡ-ਅੱਡ ਸਵਾਲ ਨੇ, ਮੁਕਤੀ ਦੇ ਸਵਾਲ ਨੇ। ਕਸ਼ਮੀਰ ਲੜ ਰਿਹਾ, ਪੰਜਾਬ ਲੜ ਰਿਹਾ, ਨਾਗੇ ਬੀਜੋ ਸਿੱਕਮ ਵਾਲੇ ਲੜ ਰਹੇ ਨੇ, ਸਾਊਥ ਵਾਲੇ ਲੜ ਰਹੇ ਨੇ ਅੱਡ-ਅੱਡ। ਗगन दमामा बाजियो परेओ निशाने काओ, खेत जो मांडियो सूरमा अब जूझन को दाओ। सूरा सो पहचानिए जो लरे दीन के हेत, पुरजा पुरजा कट मरे कभू न छाड़े खेत। गुरु साहब दे अज पवित्र गुरपुरब ते ਅਤੇ ਸਿੰਘੂ ਬਾਰਡਰ ਤੇ ਜੁੜ ਬੈਠੀ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਪ੍ਰਧਾਨ ਜੀ ਨੇ ਹੁਣੇ ਭਾਸ਼ਣ ਖਤਮ ਕਰਿਆ, ਬਾਪੂ ਜੀ ਨੇ ਇੱਕ ਨਾਰਾ ਲਾਇਆ, ਮੈਨੂੰ ਵਧੀਆ ਲੱਗੀ ਗੱਲ। ਤੇ ਮੈਨੂੰ ਲੱਗਦਾ ਸਾਨੂੰ ਨਾਰੇ ਲਾਉਣੇ ਚਾਹੀਦੇ ਆ, ਕਿਉਂਕਿ ਜਿਹੜੀ ਕੋਈ ਮਾੜੀ ਮੋਟੀ ਸੁਸਤੀ ਛਾਈ ਆ ਉਹ ਦੂਰ ਹੋਵੇ। ਤੇ ਜਿਹੜਾ ਹਾਕਮਾਂ ਨੂੰ ਇਹ ਗੱਲ ਲੱਗ ਰਹੀ ਆ ਕਿ ਇੱਥੇ ਇਕੱਠ ਘਟ ਗਿਆ, ਜਾਂ ਕੱਲ ਦੀ ਇੱਕ टीवी ਤੇ ਚੱਲ ਰਹੀ ਗੱਲ ਵੀ ਬਾਰਡਰਾਂ ਤੋਂ ਕਿਸਾਨ ਉੱਠਣੇ ਸ਼ੁਰੂ ਹੋ ਗਏ, ਸਾਨੂੰ ਇੱਥੋਂ ਨਾਰੇ ਲਾ ਕੇ ਹਾਕਮਾਂ ਦੀ ਉਸ ਗੱਲ ਦਾ ਜਵਾਬ ਦੇਣਾ ਚਾਹੀਦਾ। ਤੇ ਮੈਂ ਉਹ ਨਾਰੇ ਲਵਾਉਂਗਾ ਜਿਹੜੇ ਇਸ ਇੱਥੋਂ ਦੀ ਸੱਤਾ ਨੂੰ ਸਭ ਤੋਂ ਵੱਧ ਖੜਕਦੇ ਆ। ਤੇ ਤੁਸੀਂ ਜਵਾਬ ਦੇਣਾ, ਐ ਲੱਗੇ ਪੰਡਾਲ ਜਿਵੇਂ ਭਰਿਆ ਗੂੰਜਦਾ ਉਸੇ ਤਰ੍ਹਾਂ ਗੂੰਜਣਾ ਚਾਹੀਦਾ। ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ। संयुक्त किसान मोर्चा जिंदाबाद, इंकलाब जिंदाबाद। खेती विरोधी काले कानून रद्द करो। बोले सो निहाल। किसान वीरो, ये नारे हुकूमत नूं बहुत चुभदे आ। क्यों चुभदे आ? ਅਸੀਂ ਲੜਾਈ ਲੜ ਰਹੇ ਹਾਂ ਖੇਤੀ ਕਾਨੂੰਨਾਂ ਦੇ ਖਿਲਾਫ, ਤੇ ਉਸ ਤੋਂ ਅੱਗੇ MSP ਦਾ ਗਰੰਟੀ ਐਕਟ ਬਣਾਉਣ ਦੇ ਲਈ। ਕਿਉਂ? ਅੱਜ ਸਵੇਰ ਬੈਠੇ ਸੀ, ਫੋਨ ਆਇਆ, ਪੰਜਾਬ ਹਰਿਆਣੇ ਦੀ ਹੱਦ ਦੇ ਉੱਤੇ ਖਨੌਰੀ ਪਾਤੜਾ ਜਿਹਨੂੰ ਕਹਿੰਦੇ ਆ ਟੋਲ ਪਲਾਜ਼ਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਉੱਥੇ ਬੈਠੇ ਆ ਸਾਡੇ ਆਗੂ। ਉੱਥੇ 100 ਟਰੱਕ ਚੌਲਾਂ ਦਾ, ਝੋਨੇ ਦਾ ਜਾਂ ਬਾਸਮਤੀ ਦਾ ਰੋਕਿਆ ਹੋਇਆ ਉੱਥੇ ਕਿਸਾਨਾਂ ਨੇ, ਕਿਉਂਕਿ ਉਹ ਯੂਪੀ ਬਿਹਾਰ ਦੇ ਵਿੱਚੋਂ ਖਰੀਦ ਕੇ ਪੰਜਾਬ ਲਿਜਾਇਆ ਜਾ ਰਿਹਾ। ਤੇ ਹੁੰਦਾ ਕੀ ਆ, ਇੱਥੋਂ ਵਾਲਾ ਮਾਲ ਸਸਤਾ ਖਰੀਦ ਕੇ ਪੰਜਾਬ ਦੀ MSP ਦੀਆਂ ਮੰਡੀਆਂ 'ਚ ਵੇਚ ਕੇ ਪਹਿਲੀਆਂ 'ਚ ਉੱਥੇ ਗੋਦਾਮ ਤੇ ਉੱਥੇ ਸ਼ੈਲਰ ਭਰ ਲਏ ਜਾਂਦੇ ਨੇ, ਤੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਫਸਲ ਖਰੀਦਣ ਤੋਂ ਪਾਸਾ ਵੱਟ ਲਿਆ ਜਾਂਦਾ। ਇਸ ਲਈ ਅਸੀਂ ਚਾਹੁੰਦੇ ਹਾਂ ਕਿ MSP ਦਾ ਗਰੰਟੀ ਐਕਟ ਬਣੇ। ਬਿਹਾਰ ਵਾਲੇ ਸਾਡੇ ਖੇਤਾਂ 'ਚ ਝੋਨਾ ਲਾਉਣ ਜਾਂਦੇ ਜਿਹੜੇ ਮਜ਼ਦੂਰ, ਉਹ ਮਜ਼ਦੂਰ ਉੱਥੇ ਜਾ ਕੇ ਬਣਦੇ, ਇੱਥੇ ਉਹ ਕਿਤੇ ਨਾ ਕਿਤੇ ਕਿਸਾਨ ਹੁੰਦੇ ਆ ਯੂਪੀ ਬਿਹਾਰ ਦੇ ਖੇਤਾਂ 'ਚ। ਉਹ ਕਿਉਂ ਮਜ਼ਦੂਰੀ ਕਰਨ ਜਾਂਦੇ ਆ? ਕਿਉਂਕਿ ਇੱਥੇ ਉਹਨਾਂ ਦੇ ਖੇਤ 'ਚੋਂ ਪੈਦਾ ਕੀਤੀ ਹੋਈ ਫਸਲ ਦਾ ਮੁੱਲ ਨਹੀਂ ਮਿਲਦਾ, ਉਹਨਾਂ ਦਾ ਗੁਜ਼ਾਰਾ ਵੀ ਨਹੀਂ ਹੁੰਦਾ। ਤੇ ਅਸੀਂ ਚਾਹੁੰਦੇ ਹਾਂ, ਸੰਯੁਕਤ ਕਿਸਾਨ ਮੋਰਚਾ ਚਾਹੁੰਦਾ ਪੰਜਾਬ ਦੇ ਕਿਸਾਨਾਂ ਦੀ ਫਸਲ ਉੱਥੇ ਵਿਕੇ ਸਹੀ ਮੁੱਲ ਤੇ, ਯੂਪੀ ਵਾਲਿਆਂ ਦੀ ਇੱਥੇ ਵਿਕੇ, ਬਿਹਾਰਾਂ ਦੀ ਵਿਕੇ, ਤਾਂ ਕਿ ਇੱਥੋਂ ਦੀਆਂ ਟਰੱਕ ਭਰੀਚ ਕੇ ਉੱਥੇ ਨਾ ਜਾਣ ਤੇ ਉੱਥੋਂ ਦੇ ਵਾਲੇ ਨੂੰ ਪਹਿਲ ਦੇ ਆਧਾਰ ਤੇ ਖਰੀਦਿਆ ਜਾਵੇ। ਸੋ ਅਸੀਂ ਇਹ ਜਦੋਂ ਕਾਨੂੰਨਾਂ ਦੀ ਲੜਾਈ ਲੜ ਰਹੇ ਹਾਂ ਤਾਂ ਹਕੂਮਤ ਨੂੰ ਇਹ ਨਾਰੇ ਕਿਉਂ ਚੁੱਭਦੇ ਨੇ? ਬੋਲੇ ਸੋ ਨਿਹਾਲ ਦਾ ਨਾਰਾ ਕਿਉਂ ਚੁੱਭਦਾ? ਕਿਉਂਕਿ ਇਸ ਨਾਰੇ ਦੇ ਥੱਲੇ ਸਾਡੇ ਪੰਜਾਬੀਆਂ ਨੇ, ਸਾਡੇ ਬਹਾਦਰਾਂ ਨੇ ਅਫਗਾਨਾਂ ਦੇ ਮੂੰਹ ਮੋੜਿਆ, ਮੁਗਲਾਂ ਦੀ ਹਕੂਮਤ ਪੱਟ ਕੇ ਧਰੀ ਆ, ਅੰਗਰੇਜ਼ਾਂ ਦੇ ਨਾਲ ਲੜੇ ਆ। ਇਨਕਲਾਬ ਜਿੰਦਾਬਾਦ ਦਾ ਨਾਰਾ ਕਿਉਂ ਚੁੱਭਦਾ? ਕਿਉਂਕਿ ਭਗਤ ਸਿੰਘ ਨੇ ਫਾਂਸੀ ਦੇ ਤਖਤ ਤੇ ਜਦੋਂ ਇਹ ਨਾਰਾ ਦਿੱਤਾ ਸੀ ਇਨਕਲਾਬ ਜਿੰਦਾਬਾਦ ਦਾ, ਉਹ ਨਾਰੇ ਨੇ अंग्रेज साम्राज की हुकूमत ਦੀਆਂ जड़ां पुट्टियां सी। ते नाल ये भी कह के गया
कि इत्थों गोरे, क्योंकि साडी जिहड़ी लड़ाई आ, साडी लड़ाई कोई 1947 वाली जिहड़ी आज़ादी है प्रचार दे आ ਉਹ ਲੈਣ ਲਈ नहीं सी। साडी लड़ाई सी मनुख हथों मनुख की लुੱਟ ਨੂੰ खत्म करन दी। ਤੇ ਉਹ ਕਹਿੰਦਾ ਸੀ ਭਗਤ ਸਿੰਘ कि ਜਿਹੜੀ ਇਹ ਲਹਿਰ ਚੱਲ ਰਹੀ ਆ, ਇਹ ਲਹਿਰ ਕੁਛ ਕੁ ਰਿਆਇਤਾਂ ਲੈ ਕੇ ਸਮਝੌਤੇ 'ਚ ਬਦਲ ਜਾਊਗੀ ਤੇ ਆਮ ਲੋਕਾਂ ਲਈ ਕੁਛ ਨਹੀਂ ਬਦਲਣਾ। ਇੱਥੇ ਹਾਲਾਤ ਵੱਧ ਤੋਂ ਬੱਤਰ ਹੋ ਜਾਣਗੇ। ਜਿਹੜੀਆਂ ਕੁਰਸੀਆਂ ਗੋਰੇ ਅੰਗਰੇਜ਼ ਖਾਲੀ ਕਰਨਗੇ, ਕਾਲੇ ਅੰਗਰੇਜ਼ ਆ ਜਿਹੜੇ ਅੱਜ ਬੈਠੇ ਹੋਏ ਨੇ, ਇਹ ਬਹਿ ਜਾਣਗੇ ਗੱਦੀਆਂ ਤੇ ਲੋਕਾਂ ਦਾ ਲਹੂ ਚੂਸਣਗੇ। ਤਾਂ ਭਗਤ ਸਿੰਘ ਦੀ ਉਹ ਗੱਲ ਅੱਜ ਸਦੀ ਬਾਅਦ ਵੀ ਸੱਚ ਹੋਈ। ਅਸੀਂ ਸੜਕਾਂ ਤੇ ਬੈਠੇ ਹਾਂ। ਸੋ ਭਰਾਵੋ, ਮੈਂ ਗੱਲ ਕਰਦਾ ਜਿਹੜੇ ਘਟਨਾਵਾਂ ਵਾਪਰ ਰਹੀਆਂ ਨੇ ਲਗਾਤਾਰ, ਮੈਂ ਉਹਨਾਂ ਤੇ ਨਹੀਂ ਬੋਲਣਾ ਕਿਉਂਕਿ ਤੱਥ ਖੋਜ ਕਮੇਟੀ ਬਣੀ ਹੋਈ ਆ, ਸੱਚ ਸਾਹਮਣੇ ਆ ਜਾਣਾ। ਘਟਨਾਵਾਂ ਇਸ ਲਈ ਵਾਪਰ ਰਹੀਆਂ ਨੇ, ਜਦੋਂ ਕੋਈ ਘਟਨਾ ਵਾਪਰਦੀ ਆ, ਚਾਹੇ ਉਹ 26 ਜਨਵਰੀ ਤੋਂ ਪਹਿਲਾਂ ਦੀ ਹੋਣ, ਉਸ ਤੋਂ ਬਾਅਦ ਦੀਆਂ ਹੋਣ, ਜਾਂ ਅਜੋਕੀਆਂ ਘਟਨਾਵਾਂ ਹੋਣ, ਜਾਂ ਇਸ ਤੋਂ ਅੱਗੇ ਵੀ ਹਜੇ ਹੋਣਗੀਆਂ, ਉਹ ਕਿਉਂ ਹੋ ਰਹੀਆਂ ਨੇ? ਕਿਉਂਕਿ ਅਸੀਂ ਸਾਡੇ ਕਈ ਵਾਰੀ ਸਾਡੇ ਬੁਲਾਰੇ ਬੋਲਦੇ ਇਸ ਗੱਲ ਤੇ ਵੀ ਅਸੀਂ 3 ਕਾਨੂੰਨਾਂ ਦੀ ਲੜਾਈ ਲੜ ਰਹੇ ਹਾਂ। ਨਹੀਂ, ਸਾਡੀ ਲੜਾਈ ਉਸ ਤੋਂ ਕਿਤੇ ਅੱਗੇ ਲੰਘ ਚੁੱਕੀ ਹੈ। ਕਿਉਂਕਿ ਇਸ ਦੇਸ਼ ਦੇ ਹਾਕਮ ਨੇ ਇੱਕ ਨਾਅਰਾ ਦਿੱਤਾ ਹੋਇਆ, ਇੱਕ ਦੇਸ਼, ਇੱਕ ਭਾਸ਼ਾ, ਇੱਕ ਰਾਸ਼ਟਰ, ਇੱਕ ਮੰਡੀ, ਸਾਰੇ ਕੁਛ ਨੂੰ ਇੱਕ ਬਣਾਉਣ ਤੇ ਲੱਗੇ ਹੋਏ ਆ। ਪਰ ਭਾਰਤ ਇੱਕ ਨਹੀਂ ਹੈ। ਕਿਉਂ ਇੱਕ ਨਹੀਂ ਹੈ? ਭਾਰਤ ਇੱਕ ਦੇਸ਼ ਹੋ ਸਕਦਾ, ਪਰ ਇਹਦੇ 'ਚ ਅੱਡ-ਅੱਡ ਸੂਬੇ ਨੇ। ਅੱਡ-ਅੱਡ ਸੂਬਿਆਂ ਦੇ ਅੰਦਰ ਰਹਿ ਰਹੀਆਂ ਅੱਡ-ਅੱਡ ਘੱਟ ਗਿਣਤੀ ਜਾਂ ਬਹੁ ਗਿਣਤੀ ਕੌਮਾਂ ਨੇ। ਉਹਨਾਂ ਕੌਮਾਂ ਦੇ ਆਪਣੇ ਅੱਡ-ਅੱਡ ਏਜੰਡੇ ਨੇ, ਅੱਡ-ਅੱਡ ਸਵਾਲ ਨੇ, ਮੁਕਤੀ ਦੇ ਸਵਾਲ ਨੇ। ਕਸ਼ਮੀਰ ਲੜ ਰਿਹਾ, ਪੰਜਾਬ ਲੜ ਰਿਹਾ, ਨਾਗੇ ਮੀਜ਼ੋ ਸਿੱਕਮ ਵਾਲੇ ਲੜ ਰਹੇ ਨੇ, ਸਾਊਥ ਵਾਲੇ ਲੜ ਰਹੇ ਨੇ ਅੱਡ-ਅੱਡ। ਉਹਨਾਂ ਦੇ ਆਪਣੇ ਅਧਿਕਾਰ ਨੇ। ਤਾਂ ਜਦੋਂ ਉਹਨਾਂ ਅਧਿਕਾਰਾਂ ਲਈ ਲੜ ਰਹੇ ਨੇ ਲੋਕ, ਤਾਂ ਇੱਥੋਂ ਦੇ ਹਾਕਮ ਨੇ ਉਹਨਾਂ ਨੂੰ ਇੱਕੋ ਜੂਲੇ 'ਚ ਬੰਨਣ ਲਈ ਜਿਹੜਾ ਨਾਅਰਾ ਦਿੱਤਾ ਸੀ, ਉਹ ਨਾਅਰੇ ਦੇ ਖਿਲਾਫ ਅੱਜ ਤੱਕ ਕੋਈ ਅੰਦੋਲਨ ਨਹੀਂ ਟਿਕ ਸਕਿਆ। NRC ਦਾ ਅੰਦੋਲਨ ਵੀ ਫੇਲ ਕੀਤਾ, CAA ਦਾ, ਉਸ ਤੋਂ ਪਹਿਲੇ ਵੀ ਫੇਲ ਕੀਤੇ। ਆ ਇੱਕੋ ਇੱਕ ਅੰਦੋਲਨ ਹੈ ਜਿਨਨੇ ਲੋਕਾਂ ਨੂੰ ਜਾਤ ਪਾਤ ਧਰਮ ਖਿੱਤੇ ਤੋਂ ਅੱਗੇ ਲਿਜਾ ਕੇ ਇਕਮੁੱਠ ਹੋ ਕੇ ਖੜਾ ਕੀਤਾ। ਤਾਂ ਇਹ ਅੰਦੋਲਨ 'ਚ ਲੱਗ ਰਹੇ ਇਨਕਲਾਬ ਜਿੰਦਾਬਾਦ ਦੇ ਨਾਅਰੇ, ਬੋਲੇ ਸੋ ਨਿਹਾਲ ਦੇ ਨਾਅਰੇ ਹਾਕਮਾਂ ਨੂੰ ਤਾਂ ਚੁੱਭਦੇ ਨੇ ਕਿਉਂਕਿ ਹਾਕਮਾਂ ਦੇ ਉਹ ਫਾਸ਼ੀਵਾਦ ਜਿਹੜਾ ਰੱਥ ਸੀ, ਉਸ ਰੱਥ ਦਾ ਪਹੀਆ ਇਸ ਅੰਦੋਲਨ ਨੇ ਤੋੜ ਕੇ ਰੱਖਿਆ। ਇਸ ਅੰਦੋਲਨ ਦੀਆਂ ਪ੍ਰਾਪਤੀਆਂ ਨੇ ਭਰਾਵੋ, ਜਿੱਥੇ ਕਿਸਾਨੀ ਇਕਜੁੱਟ ਹੋਈ ਹੈ, ਉੱਥੇ 2013 'ਚ ਜਿਹੜੇ ਮੁਜ਼ੱਫਰਨਗਰ ਦੇ ਵਿੱਚ ਹਿੰਦੂ ਮੁਸਲਮਾਨਾਂ ਦਾ ਵਡਾਂਗਾ ਆਪਸ 'ਚ ਕਰਾ ਕੇ ਮੋਦੀ ਸੱਤਾ 'ਚ ਆਇਆ ਸੀ। ਆ ਤੁਸੀਂ ਲੋਕਾਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਉੱਥੇ ਮੁਜ਼ੱਫਰਨਗਰ ਦੀ ਧਰਤੀ ਤੇ ਪਿਛਲੇ ਦਿਨੀ ਹਿੰਦੂ ਮੁਸਲਮਾਨ ਸਿੱਖ ਈਸਾਈਆਂ ਦੀਆਂ, ਜੇ ਮੈਂ ਕੁੱਲ ਮਿਲਾ ਕੇ ਕਹਾਂ, ਭਾਰਤ ਦੇ ਲੋਕਾਂ ਦੀਆਂ ਜੱਫੀਆਂ ਪਵਾਈਆਂ ਨੇ। ਹਾਕਮਾਂ ਨੂੰ ਇਹ ਫੁੱਟੀ ਅੱਖ ਨਹੀਂ ਪਾਉਂਦਾ, ਚੁੱਭਦੇ ਨੇ ਨਾਅਰੇ ਉਹਨਾਂ ਨੂੰ, ਇਹ ਏਕਤਾ ਦੇ ਨਾਅਰੇ। ਇਹ ਸਿਰਫ ਤੇ ਸਿਰਫ ਸੰਯੁਕਤ ਕਿਸਾਨ ਮੋਰਚੇ ਕਰਕੇ ਹੋਇਆ। ਜਦੋਂ ਦਾ ਮੋਰਚਾ ਚੱਲਿਆ, ਮੁਸਲਮਾਨਾਂ ਤੇ ਅਤਿਆਚਾਰ ਹੋਣੋਂ ਰੁਕ ਗਏ ਨੇ ਜਾਂ ਘਟ ਗਏ ਨੇ। ਤੁਸੀਂ ਤੀਜੇ ਦਿਨ ਅਖਬਾਰਾਂ 'ਚ ਪੜ੍ਹਦੇ ਸੀ, TV ਤੇ ਵੇਖਦੇ ਸੀ, ਗਊ ਰੱਖਿਆ ਦੇ ਨਾਂ ਤੇ ਮੌਬ ਲਿੰਚਿੰਗ ਹੁੰਦੀਆਂ ਵੇਖੀਆਂ। ਯੂਨੀਵਰਸਿਟੀਆਂ ਦੇ ਅੰਦਰ ਵੜ ਕੇ ਇੱਥੋਂ ਦੇ ਫਾਸ਼ੀਵਾਦੀ ਟੋਲਿਆਂ ਨੇ ਸਟੂਡੈਂਟਾਂ ਤੇ ਹਮਲੇ ਕੀਤੇ। ਆ ਤੁਹਾਡੇ ਇਸ ਅੰਦੋਲਨ ਨੇ ਉਹ ਸਾਰੇ ਕਾਸੇ ਨੂੰ ਖਿੱਚ ਕੇ, ਉਹ ਫਾਸ਼ੀਵਾਦੀ ਰੱਥ ਨੂੰ ਰੋਕ ਕੇ, ਮੋਦੀ ਸ਼ਾਹ ਜੁੰਡਲੀ ਆ ਜਿਹੜੀ RSS ਜੁੰਡਲੀ ਆ, ਉਹਨੂੰ ਵਕਤ ਪਾਇਆ ਹੋਇਆ। ਤੇ ਆ ਸਾਰੇ ਲੋਕਾਂ ਨੂੰ ਬੋਲਣ ਦਾ ਇੱਕ ਫਰੰਟ ਮਿਲਿਆ। ਇਸ ਸਾਡੇ ਮੋਰਚੇ ਨੇ ਉਸ ਫਾਸ਼ੀਵਾਦੀ ਸਰਕਾਰ ਦੇ 70 ਸਾਲ ਦੇ ਏਜੰਡੇ ਨੂੰ ਪਿੱਛੇ ਧੱਕਿਆ ਤੇ ਹੁਣ ਉਹ ਫਾਸ਼ੀਵਾਦੀ ਏਜੰਡਾ ਕੰਮ ਨਹੀਂ ਕਰ ਰਿਹਾ। ਸੋ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਭਰਾਵੋ, ਉਹ ਤੁਹਾਨੂੰ ਕਹਿਣਗੇ ਕਿ ਤੁਸੀਂ ਝੰਡਾ ਲਾ ਕੇ ਅੱਤਵਾਦੀ ਕਾਰਵਾਈ ਕਰ ਦਿੱਤੀ, ਕਹੀ ਜਾਓ। ਪਰ ਸਾਡੀ ਕੀ ਗੱਲ ਹੈ? ਤਿੰਨੋਂ ਕਾਲੇ ਕਾਨੂੰਨ ਰੱਦ ਕਰੋ, MSP ਦਾ ਗਰੰਟੀ ਐਕਟ ਬਣਾਓ। ਉਹ ਕਹਿਣਗੇ ਤੁਸੀਂ ਕਤਲ ਕਰ ਦਿੱਤਾ, ਅਸੀਂ ਕਹਾਂਗੇ ਨਹੀਂ, MSP ਦਾ ਗਰੰਟੀ ਐਕਟ ਬਣਾਓ, ਤਿੰਨੇ ਕਾਲੇ ਕਾਨੂੰਨ ਰੱਦ ਕਰੋ। ਉਹ ਕਹਿਣਗੇ ਲਖੀਮਪੁਰ ਖੀਰੀ 'ਚ ਜਾਂਦੇ ਹੋਏ ਕਿਸਾਨ ਜਿਹੜੇ ਮੰਤਰੀ ਦੇ ਮੁੰਡੇ ਨੂੰ ਘੇਰ ਕੇ ਕਿਸਾਨਾਂ ਨੇ ਡਾਂਗਾ ਮਾਰੀਆਂ, ਅਸੀਂ ਕਹਾਂਗੇ ਨਹੀਂ, ਤੁਸੀਂ ਸਾਡੇ ਕਿਸਾਨਾਂ ਨੂੰ ਸ਼ਹੀਦ ਕੀਤਾ, ਉਹਨਾਂ ਦਾ ਇਨਸਾਫ ਦਿਓ, ਤਿੰਨ ਕਾਲੇ ਕਾਨੂੰਨ ਰੱਦ ਕਰੋ, MSP ਦਾ ਗਰੰਟੀ ਐਕਟ ਬਣਾਓ। ਕਿਉਂਕਿ ਸਾਰਾ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਇਸ ਗੱਲ ਤੇ ਕਿ ਇਸ ਅੰਦੋਲਨ ਨੂੰ ਜਿਹੜਾ, ਕਿਉਂਕਿ ਜਦੋਂ ਵੀ ਕੋਈ ਧਾੜ ਵੀ ਆਇਆ,
ਚਾਹੇ ਅਫਗਾਨ ਆਏ ਹੋਣ, ਚਾਹੇ ਮੁਗਲ ਆਏ ਹੋਣ, ਇੱਥੋਂ ਦੇਸ਼ ਦੇ ਲੋਕਾਂ ਨੇ ਉਹਦਾ ਮੁਕਾਬਲਾ ਕੀਤਾ। ਇਸ ਵਾਰੀ ਦੁਸ਼ਮਣ ਬਾਹਰੋਂ ਵੀ ਆਇਆ ਤੇ ਘਰੋਂ ਵੀ ਆਇਆ। ਬਾਹਰ ਦੀਆਂ ਵਿਦੇਸ਼ੀ ਕੰਪਨੀਆਂ ਵੀ ਆਈਆਂ ਨੇ, ਭਾਰਤ ਦੀਆਂ ਵੀ ਆਈਆਂ ਨੇ, ਤੇ ਇੱਥੋਂ ਦੀ ਚੁਣੀ ਹੋਈ ਸਰਕਾਰ, ਇੱਥੋਂ ਦੀ ਜਿਹੜੀ ਹਾਕਮ ਜਮਾਤ ਹੈ, ਇਹਨਾਂ ਸਾਰਿਆਂ ਨੇ ਗੱਠਜੋੜ ਕਰਕੇ ਸਾਡੇ ਲੋਕਾਂ ਦੇ ਉੱਤੇ ਹਮਲਾ ਕੀਤਾ। ਤਾਂ ਉਸ ਹਮਲੇ ਦੇ ਵਿਰੋਧ 'ਚ ਜਦੋਂ ਅਸੀਂ ਸਾਰੇ ਭਾਰਤ ਨੂੰ ਇਕਮੁੱਠ ਕਰਕੇ ਇਹ ਲੈ ਕੇ ਆਏ, ਸਾਡੀ ਆਰਥਿਕਤਾ ਤੇ ਹਮਲਾ, ਸਾਡੀਆਂ ਜ਼ਮੀਨਾਂ ਤੇ ਹਮਲਾ, ਸਾਡੀਆਂ ਧਾਰਮਿਕ ਘੱਟ ਗਿਣਤੀਆਂ ਤੇ ਹਮਲਾ ਤੁਸੀਂ ਕਰ ਰਹੇ ਹੋ, ਤਾਂ ਉਹ ਇਸ ਏਕਤਾ ਨੂੰ, ਅਖੰਡਤਾ ਨੂੰ ਤੋੜਨ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਕਾਰਵਾਈਆਂ ਕਰਦੇ ਰਹਿਣਗੇ, ਕਰਾਉਂਦੇ ਰਹਿਣਗੇ। ਹੋਈਆਂ ਘਟਨਾਵਾਂ ਨੂੰ ਹੋਰ ਰੰਗ ਦੇ ਕੇ ਪੇਸ਼ ਕਰਨਗੇ। ਤਾਂ ਕਿੱਥੇ ਜਦੋਂ ਹੋਰ ਕਿਤੇ ਜ਼ੋਰ ਨਹੀਂ ਚੜਦਾ, ਉਦੋਂ ਸਿੱਖ ਕਾਮਰੇਡਾਂ ਦੀ ਲੜਾਈ ਬਣਾ ਕੇ ਨੂੰ ਕਰਨ ਦੀ ਕੋਸ਼ਿਸ਼ ਕਰਨਗੇ। ਪਰ ਕਿਸਾਨ ਭਰਾਵੋ, ਤੁਸੀਂ ਇੱਕ ਗੱਲ ਜਾਣ ਲਓ, ਜਿਹੜੇ ਇਹ ਗੱਲ ਕਰਦੇ ਆ ਹਮੇਸ਼ਾ ਸਿੱਖ ਵਰਸਸ ਕਾਮਰੇਡ, ਜਿਹੜੇ ਜੇ ਕੋਈ ਕਾਮਰੇਡ ਭਰਾ ਜਿਹਨੂੰ ਨਹੀਂ ਪਤਾ ਸਿੱਖੀ ਬਾਰੇ, ਉਹਨੂੰ ਪੜ੍ਹ ਲੈਣਾ ਚਾਹੀਦਾ ਹੈ। ਬਾਬੇ ਨਾਨਕ ਦੀ ਸਿੱਖੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਜੋ ਜ਼ਮੀਨੀ ਇਨਕਲਾਬ ਭਾਰਤ ਦੀ ਧਰਤੀ ਲਈ ਕੀਤਾ, ਉਹਨੂੰ ਕਿਵੇਂ ਕੋਈ ਅਖੋਲੇ ਕਰ ਜੂਗਾ। ਜਿਹੜੇ ਆਪਦੇ ਆਪ ਨੂੰ ਸਿੱਖ ਕਹਿੰਦੇ ਨੇ, ਕੋਈ ਕਹਿੰਦਾ ਨਹੀਂ ਹੁੰਦਾ, ਸਿੱਖੀ ਦਿਸ ਜਾਂਦੀ ਹੈ। ਜਿਹੜੇ ਕਾਮਰੇਡਾਂ ਨੂੰ ਗਾਲਾਂ ਕੱਢੀ ਜਾਂਦੇ ਨੇ, ਉਹ ਵੀ ਗੱਲ ਕਰ ਲੈਣ। ਕਾਮਰੇਡ ਕਿਹੜੀ ਗੱਲ ਕਰਦੇ ਨੇ? ਕਾਰਲ ਮਾਰਕਸ ਤੋਂ ਲੈ ਕੇ ਭਗਤ ਸਿੰਘ ਤੱਕ ਕਿਹੜੀ ਗੱਲ? ਸਮਾਜਵਾਦ ਦੀ ਗੱਲ, ਸਾਂਝੀਵਾਲਤਾ ਦੀ ਗੱਲ, ਜਿਹੜੀ ਸਾਡੀ ਬਾਬਾ ਨਾਨਕ ਸਾਡਾ ਕਹਿ ਕੇ ਗਿਆ, ਸਭੇ ਸਾਂਝੀਵਾਲ ਸਦਾਇਣ, ਕੋਈ ਨਾ ਦੱਸੇ ਬਾਹਰਾ ਜੀਓ, ਉਹ ਗੱਲ ਕਰਦੇ ਨੇ। ਔਰ ਇਹ ਦੋਵੇਂ ਹੀ, ਸਿੱਖ ਵੀ ਤੇ ਕਾਮਰੇਡ ਵੀ, ਹਮੇਸ਼ਾ ਸੱਤਾ ਦੇ ਖਿਲਾਫ ਖੜੇ ਨੇ। ਇਸੇ ਕਰਕੇ ਸੱਤਾ ਦਾ ਜ਼ੋਰ ਲੱਗਿਆ ਹੋਇਆ ਵੀ ਕਿਵੇਂ ਇਹਨਾਂ ਨੂੰ ਪਾੜ ਕੇ ਆਪਸ ਹੀ ਭਰਾ ਮਾਰੂ ਜੰਗ ਕਰਾ ਕੇ ਅਸੀਂ ਆਪਦਾ ਏਜੰਡਾ ਜਿਹੜਾ ਲਾਗੂ ਕਰੀਏ। ਪਰ ਇਹ ਗੱਲ ਯਾਦ ਰੱਖਿਓ, ਅਸੀਂ ਆਪਦੀ ਏਕਤਾ ਨੂੰ ਬਣਾ ਕੇ ਰੱਖਣਾ। ਤਿੰਨੋਂ ਕਾਲੇ ਕਾਨੂੰਨ ਰੱਦ ਕਰਾਉਣੇ ਆ, MSP ਦਾ ਗਰੰਟੀ ਐਕਟ ਬਣਾਉਣਾ ਹੈ। ਤੇ ਇਸ ਅੰਦੋਲਨ ਨੇ ਸਾਡੀ ਜਿਹੜੀ ਲੋਕਾਂ ਦੀ ਮਾਨਸਿਕਤਾ ਉੱਚੀ ਕੀਤੀ ਹੈ। ਇਹਨੇ ਕਾਰਲ ਮਾਰਕਸ ਦੇ ਸੁਪਨਿਆਂ ਦਾ, ਇਹਨੇ ਬਾਬੇ ਨਾਨਕ ਦੇ ਸੁਪਨਿਆਂ ਦਾ, ਇਹਨੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਸਿਰਜਣ ਵੱਲ ਨੂੰ ਵਧਣਾ। ਲੋਕਾਂ ਦੀ ਚੇਤਨਾ ਵਧੀ ਹੈ। ਤੇ ਜਦੋਂ ਲੋਕਾਂ ਨੂੰ ਪਤਾ ਲੱਗ ਜੇ ਲੋਕਾਂ ਦਾ ਅਸਲ ਦੁਸ਼ਮਣ ਕੌਣ ਹੈ, ਜਦੋਂ ਅੰਗਰੇਜ਼ ਜਦੋਂ ਮੁਗਲ ਆਏ, ਸਾਡੇ ਬਾਬੇ ਨੇ ਵੰਗਾਰਿਆ ਕਿ ਪਾਪ ਕੀ ਜੰਜ ਲੈ ਕਾਬਲੋ ਧਾਇਆ, ਜੋਰੀ ਮੰਗੇ ਦਾਨਵੇ ਲਾਲੋ। ਦੱਸਿਆ ਕਿ ਆ ਸਾਡੇ ਦੁਸ਼ਮਣ ਨੇ। ਅਫਗਾਨ ਆਏ, ਉਹ ਦੱਸੇ। ਤੇ ਜਦੋਂ ਅੰਗਰੇਜ਼ ਆਏ, ਸਾਡੇ ਸੂਰਮਿਆਂ ਨੇ, ਯੋਧਿਆਂ ਨੇ, ਬੱਬਰ ਅਕਾਲੀਆਂ ਨੇ, ਕੂਕਾ ਲਹਿਰ ਚੱਲੀ, ਭਗਤ ਸਿੰਘ ਹੁਣਾਂ ਦੀ ਕ੍ਰਾਂਤੀਕਾਰੀ ਲਹਿਰ ਚੱਲੀ, ਹੋਰ ਲਹਿਰਾਂ ਚੱਲੀਆਂ। ਉਹਨਾਂ ਨੇ ਦੱਸਿਆ ਭਾਰਤ ਦੇ ਲੋਕਾਂ ਨੂੰ ਕਿ ਆਹ ਗੋਰੀ ਚਮੜੀ ਵਾਲੇ ਅੰਗਰੇਜ਼ ਸਾਡੇ ਦੁਸ਼ਮਣ ਨੇ। ਤੇ ਇਸ ਅੰਦੋਲਨ ਨੇ ਦੱਸ ਦਿੱਤਾ ਸਾਡੇ ਲੋਕਾਂ ਨੂੰ ਕਿ ਸਾਡੇ ਦੁਸ਼ਮਣ ਕੌਣ ਨੇ। ਇੱਥੋਂ ਦੇ ਜਿਹੜਾ ਅਮਰੀਕਨ ਸਾਮਰਾਜ ਤੇ ਉਹਦੇ ਜੋਟੀਦਾਰ ਨੇ, ਭਾਰਤ ਦੀਆਂ ਦੇਸੀ ਕੰਪਨੀਆਂ, ਤੇ ਉਹਨਾਂ ਸਾਰਿਆਂ ਨਾਲ ਗੱਠਜੋੜ ਹੋਇਆ ਇੱਥੋਂ ਦੀਆਂ ਹਾਕਮ ਜਮਾਤੀ ਪਾਰਟੀਆਂ ਨੇ। ਤੇ ਜਦੋਂ ਸਾਨੂੰ ਸਾਡੇ ਦੁਸ਼ਮਣ ਵੱਲ ਸਿੱਧਤ ਹੋ ਗਏ ਤੇ ਆਹ ਅੰਦੋਲਨ ਅਸੀਂ ਜਿੱਤ ਵੀ ਗਏ, ਉਸ ਤੋਂ ਬਾਅਦ ਵੀ ਇਹ ਅੰਦੋਲਨ ਰੁਕਣਾ ਨਹੀਂ, ਇਹ ਲਹਿਰ ਰੁਕਣੀ ਨਹੀਂ। ਤੇ ਜਦੋਂ ਤੱਕ ਸਾਮਰਾਜ ਦਾ ਖਾਤਮਾ ਹੋ ਗਏ, ਸਮਾਜਵਾਦ ਨਹੀਂ ਆਉਂਦਾ, ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਨਹੀਂ ਆਉਂਦਾ, ਬਾਬੇ ਨਾਨਕ ਦੇ ਸਾਂਝੀਵਾਲਤਾ ਵਾਲਾ ਸਮਾਜ ਨਹੀਂ ਆਉਂਦਾ, ਇਹ ਲੜਾਈ ਉਦੋਂ ਤੱਕ ਚੱਲਦੀ ਰਹਿਣੀ ਆ। ਸੋ ਭਰਾਵੋ, ਏਕਤਾ ਬਣਾ ਕੇ ਰੱਖੋ। ਸੰਘਰਸ਼ ਦੀ ਜਿੱਤ ਹਮੇਸ਼ਾ ਹੋਈ ਹੈ। ਬਾਬੇ ਨਾਨਕ ਤੋਂ ਲੈ ਕੇ ਜਦੋਂ ਲੋਕਾਂ ਦੀ ਬਰਾਬਰਤਾ ਦੀ ਗੱਲ ਕੀਤੀ, ਤਾਂ ਭਗਤ ਸਿੰਘ, ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਵਾਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਆ ਕੇ ਪੰਜਾਬ 'ਚ ਜਿੱਤ ਪ੍ਰਾਪਤ ਹੋਈ, ਜ਼ਮੀਨਾਂ ਦੇ ਮਾਲਕ ਬਣੇ। ਸੋ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਕਿ ਸਾਨੂੰ ਸਾਲ ਹੋ ਗਿਆ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ ਨੂੰ। ਅੰਗਰੇਜ਼ਾਂ ਦੇ ਖਿਲਾਫ ਵੀ 200 ਸਾਲ ਤੋਂ ਪੂਰਾ ਭਾਰਤ ਤੇ 100 ਸਾਲ ਪੰਜਾਬੀਆਂ ਨੇ ਰਲ ਕੇ ਇਕੱਠਿਆਂ ਨੇ ਹੰਬਲਾ ਮਾਰਿਆ, ਫੇਰ ਆਜ਼ਾਦੀ ਮਿਲੀ ਸੀ। ਤੇ ਜਿਹੜਾ ਸਾਮਰਾਜ ਐਡਾ ਵੱਡਾ ਹੈ, ਜਿੰਦਾ ਪਤਾ ਹੀ ਨਹੀਂ ਵੀ ਸਾਡੀ ਕਿਹੜੀ ਜਥੇਬੰਦੀ 'ਚ, ਕਿਹੜੀ ਕਿਸਾਨ ਜਥੇਬੰਦੀ 'ਚ, ਕਿਹੜੀ ਨਿਹੰਗ ਸਿੰਘ ਜਥੇਬੰਦੀ 'ਚ, ਕਿਹੜੇ ਸਾਡੇ ਫਿਰਕੇ 'ਚ, ਕਿਹੜੇ ਸਾਡੇ ਧਰਮ ਦੇ ਬੰਦਿਆਂ 'ਚ ਕਿੱਥੋਂ ਬੰਦੇ ਵਾੜ ਕੇ ਕੀ ਕਾਰਨਾਮਾ ਕਰਾ ਦੇਵੇ। ਐਡੇ ਵੱਡੇ ਸਾਮਰਾਜ ਨਾਲ ਲੜਨ ਲਈ ਸਾਨੂੰ ਹੌਸਲਾ ਵੀ ਓਡਾ ਵੱਡਾ ਕਰਨਾ ਪੈਣਾ। ਸੋ ਲੜਦੇ ਰਹੀਏ, ਜਿੱਤ ਹਮੇਸ਼ਾ, ਕਿਉਂਕਿ ਬਾਬੇ ਨੇ ਕਿਹਾ ਕੂੜ ਨੇ ਖੁੱਟੇ ਨਾਨਕਾ, ਓੜਕ ਸੱਚ ਰਹੀ, ਅਖੀਰ ਸੱਚ ਨੇ ਰਹਿਣਾ। ਲੜਦੇ ਰਹੋ। ਤੁਹਾਡੇ ਜਜ਼ਬੇ ਨੂੰ ਸਲਾਮ, ਬਹੁਤ ਬਹੁਤ ਧੰਨਵਾਦ ਕਰਦਾ ਸੈਕਟਰੀ ਸਾਹਿਬ ਦਾ ਸਮਾਂ ਦੇਣ ਲਈ। ਸੋ ਆ ਇੱਕ ਵਾਰ ਫੇਰ ਦੋ ਨਾਰੇ ਲਾ ਕੇ ਫਤਿਹ ਬੁਲਾਵਾਂਗੇ। ਇਨਕਲਾਬ ਜਿੰਦਾਬਾਦ, ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ,
ਭਾਰਤ ਦੀ ਫਾਸ਼ੀਵਾਦੀ ਮੋਦੀ ਸਰਕਾਰ ਮੁਰਦਾਬਾਦ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।